हाँ जी दोस्तों, ਜਿਹੜੇ ਦੋਸਤ ਈ-ਸਟੈਟ ਦੀ ਤਿਆਰੀ ਕਰ ਰਹੇ ਨੇ ਔਰ ਸਾਡੇ ਚੈਨਲ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ, ਵੈਲਕਮ ਕੀਤਾ ਜਾਂਦਾ ਹੈ। ਅਸੀਂ ਗੱਲ ਕਰਾਂਗੇ ਟੀਚਿੰਗ ਆਫ ਇੰਗਲਿਸ਼ ਦੀ, ਯਾਨੀ ਕਿ ਸੈਕੰਡ ਲੈਂਗੁਏਜ ਕੰਪਲਸਰੀ ਇੰਗਲਿਸ਼, ਜਿਹੜੀ ਕਿ ਸਾਡੇ ਕੋਲੇ ਪੀ-ਸਟੈਟ ਦੇ ਵਿੱਚ 30 ਨੰਬਰ ਦੀ ਆਵੇਗੀ। 30 ਨੰਬਰ ਦੀ ਜਿਹੜੀ ਇੰਗਲਿਸ਼ ਸੈਕੰਡ ਲੈਂਗੁਏਜ ਦੇ ਤੌਰ ਤੇ ਆਊਗੀ। ਉਸ ਦੇ ਵਿੱਚੋਂ ਅਸੀਂ ਜਾਣਦੇ ਹਾਂ ਕਿ 15 ਨੰਬਰ ਸਾਡੇ ਕੋਲੇ ਕੰਪਰੀਹੈਂਸ਼ਨ ਪੈਰੇ ਦੇ ਹੁੰਦੇ ਨੇ, 10 ਨੰਬਰ ਦਾ ਤੇ 5 ਨੰਬਰ ਦਾ, ਤੇ ਪਲੱਸ 15 ਨੰਬਰ ਜਿਹੜੇ ਹੁੰਦੇ ਨੇ ਉਹ ਪੈਡਾਗੋਗੀ ਦੇ ਹੁੰਦੇ ਨੇ। ਅਸੀਂ ਜਿਹੜੇ ਪੈਰਾ ਹੁੰਦਾ ਹੈ ਜਾਂ ਕੰਪਰੀਹੈਂਸ਼ਨ ਪੈਰਾ ਹੁੰਦਾ ਹੈ ਉਹ ਸਾਡੀ ਆਪਣੀ ਸਮਝ ਹੈ, ਉਹ ਜਾਂ ਮੌਕੇ ਦੀ ਨਜਾਕਤ ਹੈ, ਜਾਂ ਸਾਡੀ ਕਮਾਂਡ ਕਿੰਨੀ ਕੁ ਹੈ ਇੰਗਲਿਸ਼ ਦੇ ਵਿੱਚ, ਸਾਡੀ ਵੋਕੈਬਲਰੀ ਕਿੰਨੀ ਕੁ ਹੈ, ਅਸੀਂ ਕਿੰਨਾ ਕੁ ਅੰਡਰਸਟੈਂਡ ਕਰ ਪਾਉਂਦੇ ਹਾਂ ਇੰਗਲਿਸ਼ ਨੂੰ, ਇਹ ਉਸ 'ਤੇ ਡਿਪੈਂਡ ਕਰਦਾ ਹੈ। ਪਰ ਜਿਹੜੇ 15 ਨੰਬਰ ਪੈਡਾਗੋਗੀ ਦੇ ਹੁੰਦੇ ਨੇ ਇਹਨਾਂ ਨੂੰ ਅਸੀਂ ਆਸਾਨੀ ਨਾਲ ਇਹਦੇ ਵਿੱਚੋਂ 10-11 ਨੰਬਰ ਲਿਜਾ ਸਕਦੇ ਹਾਂ, ਬਿਲਕੁਲ ਆਸਾਨੀ ਦੇ ਨਾਲ। ਅਤੇ ਥੋੜ੍ਹੀ ਜਿਹੀ ਤਿਆਰੀ ਦੀ ਲੋੜ ਹੁੰਦੀ ਹੈ, ਥੋੜ੍ਹੀ ਜਿਹੀ ਸਮਝਣ ਦੀ ਲੋੜ ਹੁੰਦੀ ਹੈ, ਅੰਡਰਸਟੈਂਡਿੰਗ ਦੀ ਲੋੜ ਹੁੰਦੀ ਹੈ। ਮੇਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੀਆਂ ਜਿਹੜੀ ਵੀਡੀਓਜ਼ ਨੇ ਉਹਨਾਂ ਦੇ ਵਿੱਚ 15 ਨੰਬਰ ਦੀ ਹੀ ਜਿੰਨੇ ਵੀ ਯਾਨੀ ਕਿ ਟੌਪਿਕ ਨੇ ਸਾਰਿਆਂ ਨੂੰ ਕਲੀਅਰ ਕੀਤਾ ਜਾਵੇ, ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ। ਅਤੇ ਅੱਜ ਵੀ ਆਪਾਂ ਇੱਕ ਚੈਪਟਰ ਲਿਆ ਹੈ, ਉਸ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ ਕਿ ਇੰਗਲਿਸ਼ ਕੀ ਚੀਜ਼ ਹੈ। ਇਸ ਦੇ ਵਿੱਚ ਟੈਟ ਦੇ ਵਿੱਚ ਇੰਗਲਿਸ਼ ਕੀ ਹੈ? ਟੈਟ ਦੇ ਵਿੱਚ ਸਾਡੇ ਕੋਲੇ ਇੰਗਲਿਸ਼ ਸੈਕੰਡ ਲੈਂਗੁਏਜ ਹੈ ਅਤੇ ਸਾਡੇ ਕੋਲ ਫੋਰਨ ਲੈਂਗੁਏਜ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਸਾਡੇ ਸਕੂਲਾਂ ਦੇ ਵਿੱਚ ਜਿੱਥੇ ਸਾਡੀ ਪਹਿਲੀ ਭਾਸ਼ਾ ਜਾਂ ਮਦਰ ਟੰਗ ਪੰਜਾਬੀ ਹੈ ਉੱਥੇ ਅਸੀਂ ਇੰਗਲਿਸ਼ ਟੀਚ ਕਰਨੀ ਹੈ, ਯਾਨੀ ਕਿ ਉਹ ਸਾਡੇ ਲਈ ਸੈਕੰਡ ਲੈਂਗੁਏਜ ਹੋ ਗਈ ਅਤੇ ਉਹ ਹੀ ਸਾਡੇ ਲਈ ਵਿਦੇਸ਼ੀ ਭਾਸ਼ਾ ਹੋ ਗਈ। ਹੁਣ ਜਿਹੜਾ ਟੀਚਰ ਹੈ ਉਹ ਵੀ ਉਸਦੀ ਵੀ ਮਦਰ ਟੰਗ ਜਿਹੜੀ ਪੰਜਾਬੀ ਹੈ, ਅਤੇ ਜਿਹੜਾ ਵਿਦਿਆਰਥੀ ਹੈ, ਬੱਚਾ ਹੈ, ਉਸਦੀ ਵੀ ਪੰਜਾਬੀ ਹੈ। ਉਹ ਫਿਰ ਇੰਗਲਿਸ਼ ਨੂੰ ਕਿਸ ਤਰੀਕੇ ਦੇ ਨਾਲ ਸਿੱਖਦੇ ਨੇ ਅਤੇ ਉਸ ਦੇ ਵਿੱਚ ਕਿਵੇਂ ਉਹ ਸਿੱਖਦੇ ਨੇ, ਕਿਹੜੇ ਕਿਹੜੇ ਤਰੀਕੇ ਲਗਾਉਂਦੇ ਨੇ, ਅਤੇ ਉਹ ਸਾਰੀ ਵਿਦਵਤਾ ਜਿਹੜੀ ਹੈਗੀ ਹੈ, ਸਕਾਲਰਸ਼ਿਪ ਹੈਗੀ ਹੈ, ਉਹ ਕੀ ਹੈ, ਉਸੇ ਨੂੰ ਅਸੀਂ ਪੈਡਾਗੋਗੀ ਕਹਿੰਦੇ ਹਾਂ। ਕਿ ਇੱਕ ਟੀਚਰ ਦੀ ਸਮਝ ਕਿੰਨੀ ਕੁ ਹੈ ਕਿ ਉਹ ਕਿਵੇਂ ਇੰਗਲਿਸ਼ ਨੂੰ ਟੀਚ ਕਰ ਪਾ ਰਿਹਾ ਹੈ, ਜਦੋਂ ਕਿ ਜਿਹੜੀ ਇੰਗਲਿਸ਼ ਹੈ ਵਿਦੇਸ਼ੀ ਭਾਸ਼ਾ ਹੈ ਜਾਂ ਸੈਕੰਡ ਲੈਂਗੁਏਜ ਹੈ, ਉਸ ਨੂੰ ਕਿਵੇਂ ਆਪਣੀ ਜਿਹੜੀ ਮਦਰ ਟੰਗ ਦੇ ਨਾਲ ਰਿਲੇਟ ਕਰਕੇ ਜਾਂ ਨਹੀਂ ਵੀ ਕਰਕੇ ਕਿਵੇਂ ਉਸ ਨੂੰ ਬੱਚਿਆਂ ਤੱਕ ਲੈ ਕੇ ਜਾਂਦਾ ਹੈ, ਬੱਚਿਆਂ ਨੂੰ ਕਿਵੇਂ ਸਮਝਾਉਂਦਾ ਹੈ, ਬੱਚਿਆਂ ਨੂੰ ਕਿਵੇਂ ਸਿਖਾਉਂਦਾ ਹੈ, ਉਸ ਨੂੰ ਅਸੀਂ ਪੈਡਾਗੋਗੀ ਕਹਿੰਦੇ ਹਾਂ ਇੰਗਲਿਸ਼ ਦੀ। ਤਾਂ ਆਓ ਭਾਰਤੀ ਸਕੂਲਾਂ ਦੇ ਵਿੱਚ, ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ, ਅਤੇ ਭਾਰਤੀ ਟੀਚਰ ਇੰਗਲਿਸ਼ ਨੂੰ ਕਿਵੇਂ ਟੀਚ ਕਰਦਾ ਹੈ ਉਸ ਨੂੰ ਅਸੀਂ ਪੈਡਾਗੋਗੀ ਕਹਿੰਦੇ ਹਾਂ। ਉਸ ਦੀ ਸਮਝ ਕਿੰਨੀ ਕੁ ਹੈ। ਤਾਂ ਅੱਜ ਦਾ ਜਿਹੜਾ ਚੈਪਟਰ ਹੈ ਉਸ ਦੀ ਗੱਲ ਕਰਦੇ ਹਾਂ ਆਪਾਂ। ਅੱਜ ਦਾ ਜਿਹੜਾ ਸਾਡੇ ਕੋਲ ਚੈਪਟਰ ਹੈ ਉਹ ਹੈ ਇੰਗਲਿਸ਼ ਟੀਚਿੰਗ ਮੈਥਡਸ। ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਜਿਹੜਾ ਟੀਚਰ ਹੈ ਪੜ੍ਹਾਉਂਦਾ ਹੈ ਇੰਗਲਿਸ਼ ਨੂੰ ਭਾਰਤੀ ਕਲਾਸਾਂ ਦੇ ਵਿੱਚ, ਭਾਰਤੀ ਸਕੂਲਾਂ ਦੇ ਵਿੱਚ। ਤਾਂ ਅਸੀਂ ਦੇਖਦੇ ਹਾਂ ਇੱਕ ਹੈ ਟਰਾਂਸਲੇਸ਼ਨ ਮੈਥਡ, ਡਾਇਰੈਕਟ ਮੈਥਡ ਅਤੇ ਇੱਕ ਬਾਈਲਿੰਗੁਅਲ ਮੈਥਡ। ਇਹ ਤਿੰਨ ਮੁੱਖ ਮੈਥਡਸ ਨੇ, ਮੁੱਖ ਤਰੀਕੇ ਨੇ ਜਿਨ੍ਹਾਂ ਦੇ ਥਰੂ ਇੱਕ ਟੀਚਰ ਹੈ ਜਿਹੜਾ ਇੰਗਲਿਸ਼ ਟੀਚ ਕਰਦਾ ਹੈ। ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਉਹ ਕਰਾਂਗੇ ਟਰਾਂਸਲੇਸ਼ਨ ਮੈਥਡ ਦੀ। ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਟਰਾਂਸਲੇਸ਼ਨ ਮੈਥਡ ਹੁੰਦਾ ਕੀ ਹੈ। ਟਰਾਂਸਲੇਸ਼ਨ ਮੈਥਡ ਕਿਸ ਤਰੀਕੇ ਦਾ ਹੁੰਦਾ ਹੈ। ਲਗਭਗ ਅਸੀਂ ਜਿਹੜੇ ਇਸ ਟਾਈਮ ਬੀ.ਐਡ ਦੀ ਤਿਆਰੀ ਕਰਕੇ, ਬੀ.ਐਡ ਪਾਸ ਕਰਕੇ ਟੈਟ ਦੀ ਤਿਆਰੀ ਕਰ ਰਹੇ ਹਾਂ, ਲਗਭਗ ਅਸੀਂ ਸਾਰੇ, ਮੈਨੂੰ ਐਵੇਂ ਲੱਗਦਾ ਹੈ ਕਿ ਅਸੀਂ ਇਸੇ ਮੈਥਡ ਦੇ ਥਰੂ ਪੜ੍ਹੇ ਹੋਏ ਹਾਂ। ਸਾਡੇ ਸਕੂਲਾਂ ਦੇ ਵਿੱਚ ਹੁਣ ਵੀ ਇਹ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ। ਟਰਾਂਸਲੇਸ਼ਨ ਮੈਥਡ ਕੀ ਹੈ? ਸਭ ਤੋਂ ਪਹਿਲਾਂ ਦੇਖੋ, ਆਹ ਇੱਕ ਸੈਂਟੈਂਸ ਹੈ, ਇੰਡੀਆ ਇਜ਼ ਅਵਰ ਕੰਟਰੀ। ਇਹਦੇ ਵਿੱਚ ਇਕੱਲੇ ਇਕੱਲੇ ਸ਼ਬਦ ਦੀ ਪਹਿਲਾਂ ਟੀਚਰ ਪੰਜਾਬੀ ਦੱਸੇਗਾ। ਪਹਿਲਾਂ ਇਹ ਵਾਕ ਲਿਖਿਆ ਗਿਆ ਅਤੇ ਉਸ ਤੋਂ ਬਾਅਦ ਦੱਸੇਗਾ ਕਿ ਇੰਡੀਆ ਮਤਲਬ ਭਾਰਤ, ਅਤੇ ਇਜ਼ ਦਾ ਮਤਲਬ ਹੁੰਦਾ ਹੈ। ਫਿਰ ਦੱਸੇਗਾ ਆਵਰ ਦਾ ਮਤਲਬ ਹੁੰਦਾ ਸਾਡਾ, ਕੰਟਰੀ ਦਾ ਮਤਲਬ ਹੈ ਦੇਸ਼।
इस तरह ये पूरा वाक्य की बन गया, इंडिया इज़ अवर कंट्री, ਭਾਰਤ ਸਾਡਾ ਦੇਸ਼ ਹੈ। इस तरीके ਦੇ ਨਾਲ ਜਦੋਂ ਪੜ੍ਹਾਉਂਦਾ ਹੈ ਟੀਚਰ, ਉਸ ਨੂੰ ਅਸੀਂ ट्रांसलेशन मैथड कहने हैं। कल्ले कल्ले शब्द का, कल्ले कल्ले शब्द की ट्रांसलेट करके दसूगा, अनुवाद करके दसूगा कि इंडिया मतलब भारत, इज मतलब है, अबर मतलब साडा, कंट्री मतलब देश, ये सारिया चीज़ां दसूगा तो वर्ड टू वर्ड दसूगा, उसनूं असीं ट्रांसलेशन मैथड कहने आ। ये ट्रांसलेशन मैथड काफ़ी लंबे समय तो जिहड़ा पुरातन जिहड़ा मैथड है ये चलदा आ रहा है। ये कुछ नाम ने इस मैथड के, यानी कि इसनूं किहड़े-किहड़े नामां नाल असीं पुकारदे हां, किहड़े-किहड़े नाम इहदे लए जांदे ने। इसनूं ग्रामर कम ट्रांसलेशन मैथड भी कहा जाता है, इसनूं ओल्डेस्ट मैथड भी कहा जाता है, सब तो पुराना, और इसनूं ट्रैडिशनल मैथड भी कहा जाता है, जिहड़ा काफ़ी लंबे समय तो चलदा आ रहा है। क्लासीकल मैथड भी कहा जाता है। एक टैट दे विच प्रश्न आया सीगा कि ट्रैडिशनल या क्लासीकल मैथड है जिहड़ा वो किहड़ा है, तो उहदे उत्थे जिहड़े तिन्ने चारे जिहड़े मैथड दिते हुए सीगे, डायरैक्ट मैथड, बाईलिंगुअल मैथड ते ट्रांसलेशन मैथड, तो उत्थे असीं ये प्रश्न का जिहड़ा आंसर सीगा वो सी ट्रांसलेशन मैथड। तो आ जिहड़े चार नाम ने वक्खो वक्खरे इसे मैथड के नाम ने, हो सकता इन्हां दे विच्चों भी कोई प्रश्न दोबारा पूछा जा सके। हुण असीं देखते हैं इहदे प्रिंसीपल्स की ने, सिद्धांत की ने, किहड़ियां-किहड़ियां गल्लां ने इहदे विच जिहड़ियां सानूं नोट करनियां चाहीदियां ने। वो सब तो पहला है टैक्सट बुक्स। ये टैक्सट बुक्स के थ्रू चलता है, यानी कि अध्यापक ने एक बुक ली, उधरों विद्यार्थियों को एक बुक है, तो वो पहला इंग्लिश बोलेगा टीचर, फिर वो पंजाबी दसेगा, कल्ले कल्ले शब्द की पंजाबी तो बाद फिर सेंटेंस की इंग्लिश टू पंजाबी दसेगा। ये सानू बुक है जी टैक्सट बुक, वो लोड़ींदी चीज़ होएगी। मदर टंग का इत्थे बहुत बड़ा रोल है, क्योंकि ट्रांसलेशन करनी है, ट्रांसलेशन असल दे विच मदर टंग च ही होगी। जिन्हां दी पंजाबी ट्रांसलेशन है वो पंजाबी मदर लैंगुएज है, वो पंजाबी च ट्रांसलेट करनगे, जिन्हां दी हिंदी है तो वो हिंदी च ट्रांसलेट करनगे। तो मदर टंग की ये बहुत ज़्यादा वरतों की जाती है, तो मुख यदी भूमिका होंदी है वर्ड टू वर्ड, यानी कि ये वर्ड टू वर्ड ट्रांसलेट होंदा है। जिवें मैं तुहानूं पहलां करके दस्सिया, यूनिट है जिहड़ी इहदी वर्ड है। कई बार ये पूछ लिया जाता है कि ट्रांसलेशन मैथड की यूनिट की है, तो यूनिट इहदी वर्ड है, यानी कि शब्द टू शब्द, वर्ड टू वर्ड असीं इसनूं करदे हां, यानी कि ट्रांसलेट करते हैं, अनुवाद करते हैं। नॉन टू अननोन, ये जिहड़ी विधि है या तरीका है, मैथड है, ये नॉन टू अननोन है। वो किवें, जिवें सानू सेब की उदाहरण ले लैंदे हां असीं, सेब सानू पता है, ये तो नॉन है साडे लई, पर जिहड़ा सानू दस्सिया गया भी सेब एप्पल नूं कहंदे ने, या एप्पल मतलब सेब हुंदा है, तो जिहड़ा एप्पल सी वो साडे लई अननोन सी, पर सेब सी साडे लई नॉन सी। तो ये नॉन टू अननोन, कई बार ये प्रश्न भी पूछ लिया जाता है भी जिहड़ी ये थ्योरी है या ये जिहड़ा मैथड है ये किस दिशा का मैथड है, यानी कि नॉन टू अननोन है या अननोन टू नॉन है। ये नॉन टू अननोन चलता है। फिर एक लास्ट जिहड़ी गल हैगी है, इस दे विच ग्रैमेटिकली रूल बहुत ज़्यादा वरतों कीते जांदे ने, ते उन्हां दी बहुत ज़्यादा जिहड़ी कि दोहराई हुंदी है, उन्हां बारे बहुत ज़्यादा गलबात की जाती है, उन्हां दे थ्रू ही जिहड़ा ट्रांसलेट किया जाता है। रूल बहुत ज़्यादा सिखाए जाते हैं इस मैथड दे विच। उस तो बाद इस मैथड के लाभ दसदे हैं, की लाभ ने इस मैथड के। एक तो ये ईजीएस्ट है, टीचर ਲਈ भी ईजीएस्ट है, तो विद्यार्थी ਲਈ भी। करना की है, एक जिहड़ा एवरेज टीचर है वो करा सकता है इस मैथड नूं, क्योंकि इंग्लिश का सेंटेंस दसता, फिर वो पंजाबी दसती, होर कुछ भी नहीं करना। वैरी ईजीएस्ट है विद्यार्थी ਲਈ भी तो टीचर ਲਈ भी। क्राउडड क्लासेस, साड़ियाँ जिहड़ियां क्लासां ने, भारती क्लासां ज़्यादातर ये वड्डियां क्लासां ने, क्राउडड ने, बहुत ज़्यादा जिहड़े विद्यार्थी बैठे होंदे ने 60 70 तो उन्होंने पढ़ाना इस मैथड के थ्रू बहुत आसान है, क्योंकि
टीचर ने सिर्फ किताब तो ट्रांसलेट ही करना है। ਲੈਸ ਟਾਈਮ, ਇਹਦੇ ਵਿੱਚ ਜ਼ਿਆਦਾ ਟਾਈਮ ਦੂਸਰੇ ਜਿਹੜੇ ਮੈਥਡਸ ਦੇ ਮੁਕਾਬਲੇ ਬਹੁਤ ਘੱਟ ਟਾਈਮ ਲੱਗਦਾ ਹੈ ਇਸ ਦੇ ਵਿੱਚ। ਐਵਰੇਜ ਸਟੂਡੈਂਟਸ, ਇਸ ਦੇ ਵਿੱਚ ਜਿਹੜੇ ਸਟੂਡੈਂਟਸ ਐਵਰੇਜ ਸਟੂਡੈਂਟ ਹੁੰਦੇ ਨੇ ਸਾਡੇ, ਇੰਟੈਲੀਜੈਂਟ ਜ਼ਿਆਦਾ ਨਹੀਂ ਹੁੰਦੇ, ਉਹ ਵੀ ਸਿੱਖ ਸਕਦੇ ਨੇ ਕਿਉਂਕਿ ਉਹਨਾਂ ਨੂੰ ਪੰਜਾਬੀ ਤਾਂ ਆਉਂਦੀ ਹੀ ਹੈ। ਉਹਨੂੰ ਟਰਾਂਸਲੇਟ ਕਰਤਾ ਇੰਗਲਿਸ਼ ਨੂੰ ਪੰਜਾਬੀ 'ਚ ਤਾਂ ਐਟੋਮੈਟਿਕਲੀ ਉਹ ਸਿੱਖ ਜਾਂਦੇ ਨੇ, ਆਸਾਨੀ ਨਾਲ ਸਿੱਖ ਸਕਦੇ ਨੇ ਐਵਰੇਜ ਸਟੂਡੈਂਟਸ ਵੀ। ਯਾਨੀ ਕਿ ਜ਼ਿਆਦਾ ਇੰਟੈਲੀਜੈਂਟ ਹੋਣਾ ਵੀ ਜ਼ਰੂਰੀ ਨਹੀਂ ਹੈ ਇਸ ਮੈਥਡ ਦੇ ਵਿੱਚ। ਫਿਰ ਸਾਡੇ ਕੋਲ ਹੈਗੀ ਹੈ ਵੋਕੈਬਲਰੀ। ਇਹਦੇ ਜਦੋਂ ਇਹ ਅਸੀਂ ਟਰਾਂਸਲੇਟ ਕਰਦੇ ਹਾਂ ਤਾਂ ਸਾਡੀ ਜਿਹੜੀ ਵੋਕੈਬਲਰੀ ਹੈ ਬੱਚਿਆਂ ਦੀ ਉਹ ਵੱਧਦੀ ਹੈ ਕਿਉਂਕਿ ਹਰੇਕ ਵਰਡ ਨੂੰ ਟਰਾਂਸਲੇਟ ਕਰਿਆ ਸੀ, ਵਰਡ ਟੂ ਵਰਡ ਕਰਿਆ, ਤਾਂ ਇਸ ਕਰਕੇ ਵੋਕੈਬਲਰੀ ਵੀ ਸਾਡੀ ਰਿਚ ਹੋ ਗਈ। ਉਸ ਤੋਂ ਬਾਅਦ ਐਬਸਟਰੈਕਟ ਵਰਡਸ, ਇਹ ਬਹੁਤ ਵਾਰੀ ਆਉਂਦਾ ਹੈ ਅਤੇ ਇਹ ਜਿਹੜਾ ਕੁਐਸਚਨ ਵੀ ਆਉਂਦਾ ਕਈ ਵਾਰੀ ਸਾਨੂੰ ਟੈਟ ਦੇ ਵਿੱਚ ਕਿ ਐਬਸਟਰੈਕਟ ਵਰਡਸ ਨੇ ਜਿਹੜੇ ਉਹਨਾਂ ਨੂੰ ਕਿਹੜੇ ਮੈਥਡ ਦੇ ਥਰੂ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ, ਉਹ ਕਿਹੜੇ ਨੇ? ਉਹ ਹੈ ਟਰਾਂਸਲੇਸ਼ਨ ਮੈਥਡ। ਕਿਉਂਕਿ ਐਬਸਟਰੈਕਟ ਵਰਡਸ ਕਿਹੜੇ ਹੁੰਦੇ ਨੇ? ਜਿਵੇਂ ਪਿਆਰ ਹੈਗਾ, ਨਫ਼ਰਤ ਹੈ, ਤਾਂ ਇਹਨਾਂ ਨੂੰ ਇੰਗਲਿਸ਼ 'ਚ ਕਰਕੇ ਦੱਸਣਾ ਵੀ ਪਿਆਰ ਦਾ ਮਤਲਬ ਲਵ ਜਾਂ ਲਵ ਦਾ ਮਤਲਬ ਪਿਆਰ, ਬੱਚਾ ਸਮਝ ਗਿਆ। ਉਸ ਨੂੰ ਡਾਇਰੈਕਟ ਮੈਥਡ ਦੇ ਥਰੂ ਜੇ ਪਿਆਰ ਬਾਰੇ ਦੱਸਣਾ ਹੋਵੇ ਤਾਂ ਬਹੁਤ ਔਖਾ ਹੈ, ਪਰ ਐਬਸਟਰੈਕਟ ਵਰਡਸ ਅਸੀਂ ਆਸਾਨੀ ਨਾਲ ਸਿਖਾ ਸਕਦੇ ਹਾਂ। ਹਿੰਮਤ ਕੀ ਹੈ, ਸਬਰ ਕੀ ਹੈ, ਇਸ ਤਰ੍ਹਾਂ ਦੇ ਜਿਹੜੇ ਐਬਸਟਰੈਕਟ ਵਰਡਸ ਨੇ ਆਸਾਨੀ ਨਾਲ ਬੱਚੇ ਸਿੱਖ ਸਕਦੇ ਨੇ ਕਿਉਂਕਿ ਉਹਨਾਂ ਨੇ ਟਰਾਂਸਲੇਟ ਕਰਨਾ ਹੈ ਪੰਜਾਬੀ 'ਚ, ਉਹਨਾਂ ਨੂੰ ਉਹਨਾਂ ਦਾ ਮੀਨਿੰਗ ਵੀ ਪਤਾ ਹੈ, ਉਹਨਾਂ ਦੇ ਅਨੁਭਵ ਦਾ ਵੀ ਪਤਾ ਹੈ। ਇਸ ਕਰਕੇ ਇਸ ਮੈਥਡ ਦੇ ਥਰੂ ਇਹਨਾਂ ਸ਼ਬਦ ਨੂੰ ਜਾਂ ਫਰੇਸਿਸ ਨੂੰ ਸਿਖਾਉਣਾ ਬਹੁਤ ਆਸਾਨੀ ਨਾਲ ਸਿਖਾਇਆ ਜਾ ਸਕਦਾ ਹੈ। ਤਾਂ ਇਹ ਸੀਗੇ ਇਸ ਮੈਥਡ ਦੇ ਲਾਭ। ਪਰ ਇਕੱਲੇ ਲਾਭ ਹੀ ਨਹੀਂ, ਇਸ ਮੈਥਡ ਦੇ ਡਿਸਐਡਵਾਂਟੇਜਸ ਵੀ ਹੈਗੀਆਂ ਨੇ। ਇਸ ਦੀਆਂ ਕੁਛ ਡਿਸਐਡਵਾਂਟੇਜ ਵੀ ਹੈਗੀਆਂ ਨੇ, ਉਹ ਅਸੀਂ ਕਰਦੇ ਹਾਂ। ਸਭ ਤੋਂ ਪਹਿਲਾਂ ਸਪੋਕਨ ਇੰਗਲਿਸ਼। ਇਸ ਦੇ ਵਿੱਚ ਸਪੋਕਨ ਇੰਗਲਿਸ਼ ਨੂੰ ਅਵੋਇਡ ਕੀਤਾ ਜਾਂਦਾ ਹੈ। ਟੀਚਰ ਕੋਲ ਇੰਨਾ ਟਾਈਮ ਹੀ ਨਹੀਂ ਹੈ ਕਿ ਉਹ ਸਪੋਕਨ ਇੰਗਲਿਸ਼ ਕਰੇ, ਸਪੋਕ ਕਰਕੇ ਬੱਚਿਆਂ ਨੂੰ ਬੋਲ ਕੇ ਜਾਣੀ ਕਿ ਉਹਨਾਂ ਦੀ ਦੁਹਰਾਈ ਕਰਾਵੇ। ਉਹ ਸਿਰਫ ਰੂਲਸ ਦੀ ਕਰਾ ਰਿਹਾ ਜਾਂ ਟਰਾਂਸਲੇਸ਼ਨ 'ਤੇ ਉਸ ਦਾ ਧਿਆਨ ਹੈ, ਜਾਣੀ ਕਿ ਸਪੋਕਨ ਇੰਗਲਿਸ਼ ਨਗਲੈਕਟ ਕੀਤੀ ਜਾਂਦੀ ਹੈ। ਪੈਸਿਵ ਲਿਸਨਰ ਸਿਰਫ ਬੈਠੇ ਸੁਣ ਰਹੇ ਨੇ, ਕੁਛ ਨਹੀਂ ਕਰ ਰਹੇ, ਉਹ ਪੈਸਿਵ ਨੇ, ਜਾਣੀ ਕਿ ਉਹਨਾਂ ਦਾ ਕੋਈ ਰੋਲ ਨਹੀਂ ਹੋਰ, ਬਸ ਸਮਝ ਰਹੇ ਨੇ, ਉਹ ਕੋਈ ਪਾਰਟੀਸਪੇਸ਼ਨ ਨਹੀਂ ਕਰ ਰਹੇ, ਬੈਠੇ ਸੁਣ ਰਹੇ ਨੇ। ਨਾਟ ਸਾਈਲੈਂਟ ਰੀਡਿੰਗ, ਬੱਚਾ ਕਦੇ ਵੀ ਸਾਈਲੈਂਟ ਰੀਡਿੰਗ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਆਉਂਦੀ ਹੀ ਨਹੀਂ, ਉਹ ਸਿਰਫ ਡਿਪੈਂਡ ਹੈ ਟੀਚਰ 'ਤੇ। ਟੀਚਰ ਜੇ ਟਰਾਂਸਲੇਟ ਕਰੂਗਾ ਤਾਂ ਉਹਨੂੰ ਆਊਗੀ, ਅਤੇ ਸਾਈਲੈਂਟ ਬੈਠ ਕੇ ਚੁੱਪ ਬੈਠ ਕੇ ਉਹ ਰੀਡਿੰਗ ਨਹੀਂ ਕਰ ਸਕਦਾ। ਜਿਵੇਂ ਪੰਜਾਬੀ ਦੀ ਕਰ ਸਕਦਾ ਹੈ ਉਵੇਂ ਇੰਗਲਿਸ਼ ਦੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਟਰਾਂਸਲੇਸ਼ਨ ਦਾ ਹੀ ਸੁਭਾਅ ਪਿਆ ਹੋਇਆ ਹੈ ਕਿ ਟੀਚਰ ਦੱਸੇਗਾ, ਪਹਿਲਾਂ ਇੰਗਲਿਸ਼ ਦੱਸੇਗਾ ਫਿਰ ਉਹਦੀ ਪੰਜਾਬੀ। ਐਮਫੇਸਿਸ ਔਨ ਰੂਲਸ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਗ੍ਰਾਮੈਟੀਕਲੀ ਜਿਹੜੇ ਰੂਲ ਹੁੰਦੇ ਨੇ ਉਹਨਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਜਿਹੜੀ ਫਲੂਐਂਸੀ ਹੈ ਇੰਗਲਿਸ਼ ਦੀ ਉਹ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਉਹ ਨਹੀਂ ਕਰਵਾਈ ਜਾਂਦੀ। ਫਿਰ ਸਾਡੇ ਕੋਲ ਹੈ ਪ੍ਰੋਨਾਂਸੀਏਸ਼ਨ ਪ੍ਰੋਬਲਮਸ। ਬੱਚਾ ਪ੍ਰੋਨਾਊਂਸ ਕਿਵੇਂ ਕਰਦਾ ਹੈ ਇੱਕ ਲੈਂਗੁਏਜ ਦੇ ਵਰਡ ਨੂੰ, ਉਹ 'ਤੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਅਤੇ ਨਾ ਹੀ ਜਿਹੜਾ ਧਿਆਨ ਦੇਣ ਦਾ ਸਮਾਂ ਹੈ ਜਿਹੜਾ ਉਹ ਟੀਚਰ ਕੋਲ ਹੁੰਦਾ ਹੈ। ਜਿਵੇਂ ਟੀਚਰ ਪ੍ਰੋਨਾਊਂਸ ਕਰਦਾ ਹੈ ਉਵੇਂ ਬੱਚੇ ਕਰੀ ਜਾਂਦੇ ਨੇ, ਯਾਨੀ ਕਿ ਟੀਚਰ ਨੇ ਵੀ ਹੋ ਸਕਦਾ ਹੈ ਇਸੇ ਮੈਥਡ ਦੇ ਥਰੂ ਪੜ੍ਹਿਆ ਹੋਵੇ ਅਤੇ ਇਸੇ ਮੈਥਡ ਦੇ ਥਰੂ ਉਹ ਬੱਚਿਆਂ ਨੂੰ ਪੜ੍ਹਾਈ ਜਾ ਰਿਹਾ, ਤਾਂ ਇਹ ਉਹਦਾ ਜਿਹੜਾ ਪ੍ਰੋਨਾਂਸੀਏਸ਼ਨ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਅਤੇ ਬਾਅਦ ਦੇ ਵਿੱਚ ਜਿਹੜੀਆਂ ਇਹ ਪ੍ਰੋਬਲਮਸ ਵੱਡੀਆਂ ਬਣ ਜਾਂਦੀਆਂ ਨੇ। ਇਹ ਪ੍ਰੋਬਲਮਸ ਤਾਂ ਹੀ ਆਉਂਦੀਆਂ ਕਿਉਂਕਿ ਉਹਨਾਂ ਦਾ ਧਿਆਨ ਸਿਰਫ ਔਰ ਸਿਰਫ ਰੂਲਸ 'ਤੇ ਹੈ ਜਾਂ ਟਰਾਂਸਲੇਸ਼ਨ ਕਰਨ 'ਤੇ ਹੈ। ਫਿਰ ਹੈਗੇ ਸਾਡੇ ਕੋਲ ਅਨਨੈਚੁਰਲ ਵੇ। ਇਹ ਕੁਦਰਤੀ ਤਰੀਕਾ ਨਹੀਂ ਹੈ ਕਿਉਂਕਿ ਜੇ ਅਸੀਂ ਦੱਸਣਾ ਹੋਵੇ ਤਾਂ ਸਾਹਮਣੇ ਦਿਖਾ ਕੇ, ਸੇਬ ਦਿਖਾ ਕੇ ਅਸੀਂ ਕਹਿ ਸਕਦੇ ਹਾਂ ਦਿਸ ਇਜ਼ ਐਪਲ, ਬਟ ਅਨਨੈਚੁਰਲ ਕਿਉਂ ਹੈ? ਕਿਉਂਕਿ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਸੇਬ ਮਤਲਬ ਐਪਲ, ਇਸ ਕਰਕੇ ਇਹ ਥੋੜ੍ਹਾ ਅਨਨੈਚੁਰਲ ਵੇ ਹੈ। ਨਾਟ ਇੰਟਰਸਟਿੰਗ, ਇਹ ਜ਼ਿਆਦਾ ਇੰਟਰਸਟਿੰਗ ਨਹੀਂ ਹੈਗਾ ਕਿਉਂਕਿ ਬੱਚੇ ਥੱਲੇ ਬੈਠੇ ਨੇ, ਟੀਚਰ ਮਤਲਬ ਉਹਨੂੰ ਟਰਾਂਸਲੇਟ ਕਰੀ ਜਾ ਰਹੇ ਅਤੇ ਬੱਚੇ ਸੁਣੀ ਜਾ ਰਹੇ ਨੇ, ਹੋਰ ਕੋਈ ਵੀ ਐਕਟੀਵਿਟੀ ਇਹਦੇ ਵਿੱਚ ਨਹੀਂ ਹੁੰਦੀ। ਨਾਟ ਟੀਚਿੰਗ ਏਡਸ, ਇਸ ਦੇ ਵਿੱਚ ਟੀਚਿੰਗ ਏਡਸ ਦੀ ਵਰਤੋਂ ਨਹੀਂ ਹੁੰਦੀ, ਸਿਰਫ ਔਰ ਸਿਰਫ ਕਿਤਾਬ ਹੈ, ਵੱਧੋ ਵੱਧ ਬਲੈਕ ਬੋਰਡ ਹੋ ਸਕਦਾ ਹੈ, ਉਹਦੇ ਉੱਤੇ ਲਿਖਿਆ ਜਾ ਸਕਦਾ ਹੈ, ਪਰ ਵੱਧੋ ਵੱਧ ਕਿਤਾਬ ਹੀ ਹੁੰਦੀ ਹੈ।
ਯਾਨੀ ਕਿ ਕਿਤਾਬ ਤੋਂ ਹੀ ਟੀਚਰ ਟਰਾਂਸਲੇਟ ਕਰੀ ਜਾ ਰਹੇ ਹੈ ਤੇ ਬੱਚੇ ਸੁਣੀ ਜਾ ਰਹੇ ਨੇ। ਕੋਈ ਟੀਚਿੰਗ ਏਡਸ ਦੀ ਲੋੜ ਨਹੀਂ, ਨਾ ਪਿਕਚਰਸ ਦੀ ਲੋੜ ਹੈ, ਨਾ ਮਾਡਲ ਦੀ ਲੋੜ ਹੈ, ਨਾ ਕਿਸੇ ਹੋਰ ਟੀਚਿੰਗ ਏਡ ਦੀ ਜ਼ਰੂਰਤ ਹੈ। ਤਾਂ ਇਹ ਵੀ ਇੱਕ ਤਰ੍ਹਾਂ ਯਾਨੀ ਕਿ ਟੀਚਿੰਗ ਏਡ ਨਹੀਂ ਯੂਜ਼ ਕੀਤੇ ਜਾ ਰਹੇ, ਤਾਂ ਇੰਟਰਸਟਿੰਗ ਇਸ ਤਰੀਕੇ ਦੇ ਨਾਲ ਨਹੀਂ ਬਣ ਰਿਹਾ ਇਹ ਮੈਥਡ। ਤਾਂ ਇਹ ਮੈਥਡ ਦੀ ਸੀਗੀਆਂ ਸਾਡੇ ਕੋਲ ਡਿਸਐਡਵਾਂਟੇਜ, ਅਤੇ ਇਸ ਤੋਂ ਪਹਿਲਾਂ ਸਾਡੇ ਕੋਲ ਐਡਵਾਂਟੇਜ ਵੀ ਅਸੀਂ ਕਰ ਲਈਆਂ। ਅਤੇ ਹੁਣ ਅਸੀਂ ਕਨਕਲੂਜ਼ਨ ਕੱਢਦੇ ਹਾਂ ਇਹਦਾ। ਮੇਰੇ ਖਿਆਲ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਨੂੰ ਸਮਝ ਗਏ ਹੋਵੋਗੇ ਕਿ ਕੀ ਤਰੀਕਾ ਇਹ, ਕੀ ਮੈਥਡ ਹੈਗੇ ਆ ਇਹ, ਅਤੇ ਕਿਸ ਤਰ੍ਹਾਂ ਚੱਲਦਾ ਹੈ, ਇਹਦੇ ਕੀ ਲਾਭ ਨੇ, ਕੀ ਹਾਨੀਆਂ ਨੇ, ਅਤੇ ਇਹਦੇ ਕਿਹੜੇ ਨਾਵਾਂ ਨਾਲ ਇਹਨੂੰ ਬੁਲਾਇਆ ਜਾਂਦਾ ਹੈ, ਅਤੇ ਇਹਦੇ ਕਿਹੜੇ ਨਾਮ ਲਏ ਜਾਂਦੇ ਨੇ। ਤਾਂ ਥੋੜ੍ਹਾ ਕਨਕਲੂਜ਼ਨ ਵੀ ਆਪਾਂ ਦੇਖ ਲੈਂਦੇ ਹਾਂ ਇਹਦਾ। ਕਨਕਲੂਜ਼ਨ ਕੀ ਹੈ? ਦਿਸ ਮੈਥਡ ਇਜ਼ ਵੈਰੀ ਯੂਜ਼ਫੁਲ ਫਾਰ ਓਵਰ ਕਰਾਊਡਡ ਕਲਾਸਿਸ ਐਂਡ ਐਵਰੇਜ ਸਟੂਡੈਂਟਸ। ਇਹ ਮੈਥਡ ਯੂਜ਼ਫੁਲ ਹੈ, ਬਟ ਕਰਾਊਡਡ ਕਲਾਸਿਸ ਦੇ ਵਿੱਚ ਜ਼ਿਆਦਾ ਸੰਖਿਆ ਵਾਲੀ ਜਿਹੜੀ ਕਲਾਸ ਹੈ, ਜ਼ਿਆਦਾ ਵਿਦਿਆਰਥੀਆਂ ਵਾਲੀ ਕਲਾਸ ਹੈ, ਅਤੇ ਐਵਰੇਜ ਸਟੂਡੈਂਟਸ ਵਾਸਤੇ ਵੀ ਇਹ ਵਧੀਆ ਹੈ। ਔਰ ਦੂਸਰੀ ਗੱਲ, ਬਟ ਇਟ ਇਜ਼ ਨਾਟ ਕੰਪਲੀਟ ਮੈਥਡ। ਪਰ ਇਹ ਕੰਪਲੀਟ ਮੈਥਡ ਨਹੀਂ ਹੈ। ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਹੈ। ਇਟ ਇਗਨੋਰਸ ਸਪੀਕਿੰਗ ਐਂਡ ਪ੍ਰੋਨੰਸੀਏਸ਼ਨ। ਇਹ ਸਪੀਕਿੰਗ ਅਤੇ ਪ੍ਰੋਨੰਸੀਏਸ਼ਨ ਨੂੰ ਸਾਡੇ ਕੋਲ ਕੀ ਕਰਦਾ ਹੈ? ਇਗਨੋਰ ਕਰਦਾ ਹੈ। ਯਾਨੀ ਕਿ ਇਹ ਚੀਜ਼ਾਂ ਅਸੀਂ ਇਸ ਦੇ ਵਿੱਚ ਨਹੀਂ ਸਿੱਖ ਸਕਦੇ, ਪਰ ਕਰਾਊਡਡ ਕਲਾਸਿਸ ਅਤੇ ਐਵਰੇਜ ਸਟੂਡੈਂਟਸ ਇਸ ਤੋਂ ਕਾਫੀ ਕੁਛ ਸਿੱਖ ਜਾਂਦੇ ਨੇ। ਤਾਂ ਇਹਦਾ ਕਨਕਲੂਜ਼ਨ ਸੀਗਾ। ਇਹ ਕੰਪਲੀਟ ਮੈਥਡ ਭਾਵੇਂ ਨਹੀਂ ਹੈਗਾ, ਪਰ ਇਸ ਦੇ ਲਾਭ ਨੇ ਜਿਹੜੇ ਉਹ ਇਸ ਤਰੀਕੇ ਨਾਲ ਹੋ ਸਕਦੇ ਨੇ ਐਵਰੇਜ ਸਟੂਡੈਂਟਸ ਅਤੇ ਕਰਾਊਡਡ ਕਲਾਸਿਸ ਦੇ ਵਿੱਚ। ਅਤੇ ਇਹ ਅਸੀਂ ਇਹਦਾ ਕਨਕਲੂਜ਼ਨ ਕੱਢਿਆ। ਉਮੀਦ ਹੈ ਕਿ ਤੁਹਾਨੂੰ ਇਸ ਜਿਹੜਾ ਪੂਰਾ ਚੈਪਟਰ ਹੈ ਸਮਝ ਆਇਆ ਹੋਵੇਗਾ। ਫਿਰ ਵੀ ਅਗਰ ਕੁਛ ਰਹਿੰਦਾ ਹੈ ਜਾਂ ਕੁਛ ਸਮਝ ਨਹੀਂ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ, ਅਤੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਇੰਗਲਿਸ਼ ਦੇ ਬਾਬਤ ਕੋਈ ਵੀ ਸਵਾਲ ਹੈ ਜਿਹੜਾ ਉਹ ਪੁੱਛ ਸਕਦੇ ਹੋ। ਸਾਰੇ ਵਿਦਿਆਰਥੀਆਂ ਦਾ ਜਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।